वाहिगुरु साहिब जीओ। आसा घर नवा महला पंजवा। एक ओंकार सतगुर प्रसाद। चितवा चितव सर्व सुख पावो। आगे भावो के ना भावो। एक दातार सगल है जाचक। दूसर कै पह जावा। हाँ मांगो आन ल जावो। सगल छत्रपति को ठाकुर। कौन समसर लावो राव। उठो बैसो रह पी ना सको। दर्शन खोज खुजावो। ब्रह्मादक सनकादक सनक सनंदन सनातन। सनत कुमार तिनको महल दुल भावा। अगम अगम अगाध बोध। कीमत परे ना पावो। ताकि सरन सतपुरख की। सतगुर पुरख त्यावा। भय कृपाल दयाल प्रभ ठाकुर। काटियो बंद गराव। कहो नानक जो साध संग पायो। तो फिर जन्म ना आवो। बहुत जन्म बिचुरे थे माधो। एहो जन्म तुम्हारे लिखे। कह रविदास आस लग जीवो। चिरवयो दर्शन दिखे। ज़ाहरा ज़हूर हाजरा हजूर सर्व कला भरपूर समरथ गुरु। लोक परलोक दे रक्षक भगत वशल ज्ञान दे सागर। गुरुआं दे गुरु धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी। धनता दे योग आप जी बड़ भागे हो। गुरु साहब ने कृपा मेहर की है। जीवन दे बचे हुए सवासां नूं लेखे विच लाउण दा समां बख्शिश कीता। आओ नाम दा बीज बीज के अपनी इस जिंदगी रूपी फसल नूं होर सोहना बना लईए। इस नूं सफल कर लईए। अपनी जिंदगी और जीवन की यात्रा नूं सफल बना लईए। सफल कर लईए। अपनी जिंदगी दे विच दुबदा भरम शंकियां नूं मिटा के गुरु दे ज्ञान दे विच गुरु दे ज्ञान सागर दे विच चुब्भी ला के अपने आप नूं निर्मल कर लईए। गुरु दी बाणी कीर्तन कथा श्रवण करके अपने हिरदे नूं निर्मल कर लईए। गुरु दे दर्शन दीदार करके अपनी अखियां नूं पवित्र करके अपने मन नूं तृप्त कर लईए। और गुरु दी बाणी दा हुक्म श्रवण करके अपनी सारी ही जिंद जान जीवन नूं लेखे विच ला दईए। मनुख दे शरीर दा एक एक अंग जिहड़ा मनुख दे शरीर दा एक एक अंग जिहड़ा कर्म करदा है। कर्म और वो कर्म
ਸਾਡੇ ਲੇਖੇ ਜੋਖੇ ਤੈਅ ਕਰਦਾ। ਅਸੀਂ ਮੰਨਦੇ ਹਾਂ ਸਾਡੇ ਅੰਦਰ ਮਨ ਹੈ, ਸਾਡੇ ਅੰਦਰ ਦਿਮਾਗ ਹੈ, ਸਾਡੇ 2 ਹੱਥ ਨੇ, 2 ਬਾਹਾਂ ਨੇ, ਲੱਤਾਂ ਹਨ, ਅੱਖੀਆਂ ਨੇ, ਨਸਕ ਹੈ, ਕੰਨ ਹੈ, ਦੇਖਣਾ ਹੈ, ਤੁਰਨਾ ਫਿਰਨਾ ਹੈ। ਇਹ ਸਾਰੀ ਹੀ ਜਿਹੜੀ ਕਿਰਿਆ ਹੋ ਰਹੀ ਹੈ ਇਹ ਕਰਮ ਕਰ ਰਹੀ ਹੈ, ਕਰਮ। ਔਰ ਜਿਹੜੇ ਕਰਮ ਇਸ ਸਰੀਰਕ ਕਿਰਿਆ ਰਾਹੀਂ ਜਾਂ ਅੰਗਾਂ ਦੁਆਰਾ, ਇੰਦਰੀਆਂ ਰਾਹੀਂ ਹੁੰਦੇ ਹਨ, ਉਹ ਮਨੁੱਖ ਦੇ ਲੇਖੇ ਨੂੰ ਤੈਅ ਕਰਦੇ ਹਨ। ਲੈਣੇ ਦੇਣੇ ਦੇ ਉਸ ਲੇਖੇ ਨੂੰ ਤੈਅ ਕਰਦੇ ਹਨ। ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਕਿੰਨਾ ਦੇਣਾ ਹੈ, ਕਿੰਨਾ ਲੈਣਾ ਹੈ ਔਰ ਕਿੰਨਾ ਮੁਕਾਉਣਾ ਹੈ। ਮਨੁੱਖ ਨੇ ਇਸ ਜੀਵਨ ਦੇ ਵਿੱਚ ਕਿੰਨਾ ਲੈਣਾ ਹੈ, ਕਿੰਨਾ ਦੇਣਾ ਹੈ ਅਤੇ ਕਿੰਨਾ ਮੁਕਾਉਣਾ ਹੈ। ਕਿਉਂਕਿ ਸੰਸਾਰ ਦੇ ਵਿੱਚ ਜਿਸ ਨੂੰ ਲੇਖਾ ਕਿਹਾ ਜਾਂਦਾ, ਇਹ ਦਿੱਤਾ ਵੀ ਜਾਂਦਾ, ਲਿਆ ਵੀ ਜਾਂਦਾ। ਦਿੱਤਾ ਵੀ ਜਾਂਦਾ, ਲਿਆ ਵੀ ਜਾਂਦਾ, ਅਤੇ ਜਿਹਨੂੰ ਸੋਝੀ ਆ ਜਾਂਦੀ ਉਹ ਮੁਕਾ ਦਿੰਦਾ। ਜਿਸ ਨੂੰ ਸੋਝੀ ਆ ਜਾਂਦੀ ਹੈ ਉਹ ਮੁਕਾ ਦਿੰਦਾ। ਜਿਹਨੂੰ ਸੋਝੀ ਨਹੀਂ ਆਉਂਦੀ, ਜਿਹਦਾ ਮੁੱਕਦਾ ਨਹੀਂ, ਉਹਦਾ ਲੇਖਾ ਜੋਖਾ ਚੱਲਦਾ ਰਹਿੰਦਾ। ਇੱਕ ਜਨਮ ਲਿਆ, ਫਿਰ ਦੂਜਾ, ਦੂਜਾ ਲਿਆ, ਫਿਰ ਤੀਜਾ, ਤੀਜਾ ਲਿਆ, ਫਿਰ ਚੌਥਾ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਇਹ ਜਿਹੜੀਆਂ ਨੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਲੇਖੇ ਕਤੇ ਨਾ ਛੋਟੀ ਹੈ, ਖਿਨ ਖਿਨ ਭੁੱਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੇ ਕਿਸੇ ਨੇ ਕਿਸੇ ਦੇ ਕੋਲੋਂ ਕੁਝ ਲੈਣਾ ਹੈ ਉਹਨੂੰ ਵੀ ਲੈ ਲੈਣਾ ਚਾਹੀਦਾ। ਜੇ ਕਿਸੇ ਨੇ ਕਿਸੇ ਦਾ ਕੁਝ ਦੇਣਾ ਹੈ ਉਹਨੂੰ ਵੀ ਦੇ ਦੇਣਾ ਚਾਹੀਦਾ। ਨਾ ਦੇਣ ਵਾਲੇ ਦਾ ਹੱਕ ਰੱਖਣਾ ਚਾਹੀਦਾ, ਜਾਂ ਜਿਸ ਕੋਲ ਲੈਣਾ ਨਾ ਉਹਦੇ ਕੋਲ ਲੈਣ ਲੱਗਿਆਂ ਸ਼ਰਮ ਕਰਨੀ ਚਾਹੀਦੀ ਹੈ। ਜੇ ਕਿਧਰੇ ਹਿਸਾਬ ਕਿਤਾਬ ਰਹਿ ਗਿਆ ਦੇਣ ਦਾ ਅਤੇ ਲੈਣ ਦਾ, ਹੋ ਸਕਦਾ ਇਹਦੀ ਜ਼ਿੰਦਗੀ ਦੇ ਵਿੱਚ ਬਹੁਤ ਪੁੰਨਦਾਨ ਹੋਵੇ, ਭਗਤੀ ਹੋਵੇ, ਬਹੁਤ ਕੁਝ ਹੋਵੇ, ਪਰ ਜੇ ਕਿਸੇ ਦਾ ਥੋੜ੍ਹਾ ਵੀ ਕਿਸੇ ਦੇ ਪ੍ਰਤੀ ਲੈਣ ਦੇਣ ਰਹਿ ਗਿਆ, ਮੁੜ ਜਨਮ ਲੈਣਾ ਪਏਗਾ। ਇਹ ਬਾਣੀ ਦੇ ਵਿੱਚ ਸਾਨੂੰ ਦੱਸਿਆ, ਕਿਉਂਕਿ ਲੇਖੇ ਕਤੇ ਨਾ ਛੁੱਟੀ ਹੈ, ਇਹ ਕਦੇ ਵੀ ਖਤਮ ਨਹੀਂ ਹੁੰਦੇ, ਛੁੱਟਦੇ ਨਹੀਂ। ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਲਿਖਾ ਲੀਜੈ ਤਿਲ ਜਿਉਂ ਪੀੜੀ। ਸੋ ਇਸ ਲਈ ਅਸੀਂ ਜਿੰਨੇ ਵੀ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਕੋਈ ਸੁਖੀ ਹੈ, ਕੋਈ ਦੁਖੀ ਹੈ, ਕੋਈ ਜ਼ਿਆਦਾ ਦੁਖੀ ਹੈ, ਕੋਈ ਘੱਟ ਦੁਖੀ ਹੈ, ਕੋਈ ਬਹੁਤਾ ਸੁਖੀ ਹੈ, ਇਹ ਸਾਰਾ ਸਾਡੇ ਕਰਮਾਂ ਦੇ ਲੇਖੇ ਕਰਕੇ ਹੀ ਹੁੰਦਾ। ਇਹ ਸਾਰਾ ਕੁਝ ਬਾਣੀ ਵਿੱਚ ਲਿਖਿਆ ਹੈ। ਕਤਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਅਤੇ ਮਹਾਰਾਜ ਜੀ ਬਾਣੀ ਵਿੱਚ ਲਿਖਦੇ ਨੇ ਬਈ ਇਹ ਸਾਰੀਆਂ ਚੀਜ਼ਾਂ ਸੁਣ ਕੇ, ਦੇਖ ਕੇ ਮਨੁੱਖ ਦੀ ਇੱਦਾਂ ਦੀ ਭੈੜੀ ਆਦਤ ਹੈ, ਸਭ ਕੁਝ ਗਿਆਨ ਪ੍ਰਾਪਤ ਕਰਕੇ ਅਜਹੋਂ ਵਿਕਾਰ ਨਾ ਛੋਡਈ, ਪਾਪੀ ਮਨ ਮੰਦਾ। ਇਹ ਪਾਪੀ ਮਨ ਇੰਨਾ ਕੁਝ ਸੁਣਨ ਤੋਂ ਬਾਅਦ ਵੀ ਟਿਕਾਣੇ 'ਤੇ ਨਹੀਂ ਆਉਂਦਾ, ਫਿਰ ਵੀ ਆਪਣੀ ਮਨਮਰਜ਼ੀ ਨਹੀਂ ਕਰਦਾ ਔਰ ਧੱਕੇ ਦੇ ਨਾਲ ਲੇਖੇ ਦੇ ਵਿੱਚ ਪੈ ਜਾਂਦਾ। ਧੱਕੇ ਦੇ ਨਾਲ ਲੇਖੇ ਦੇ ਵਿੱਚ ਪੈ ਜਾਂਦਾ ਅਤੇ ਜੀਵਨ ਜਿਹੜਾ ਇਸ ਦਾ ਉਹ ਬਚਣ ਦੀ ਜਗ੍ਹਾ ਖਰਾਬ ਹੋ ਜਾਂਦਾ। ਜੀਵਨ ਬਚਣ ਅਤੇ ਬਚਾਉਣ ਦੇ ਲਈ ਹੈ। ਮਨੁੱਖ ਦਾ ਜੀਵਨ ਬਚਣ ਅਤੇ ਬਚਾਉਣ ਦੇ ਲਈ ਹੈ। ਮਨੁੱਖ ਦੇ ਜੀਵਨ ਨੂੰ ਬਹੁਤ ਚੀਜ਼ਾਂ ਮਾਰਨ ਲਈ ਖੜੀਆਂ ਹਨ।
ਮਨੁੱਖ ਨੂੰ ਮਾਰਨ ਦੇ ਲਈ ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ, ਈਰਖਾ, ਦਵੈਸ਼, ਕਲਪਨਾ, ਨਿੰਦਿਆ, ਚੁਗਲੀ, ਝੂਠ, ਇਹ ਚੀਜ਼ਾਂ ਮਾਰਨ ਲਈ ਖੜੀਆਂ ਨੇ, ਲੇਖੇ ਦੇ ਵਿੱਚ ਪਾਉਣ ਲਈ ਖੜੀਆਂ ਹਨ। ਤੇ ਜਿਹੜਾ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦਾ ਉਹ ਮੁੜ ਮੁੜ ਲੇਖੇ ਦੇਈ ਜਾਂਦਾ, ਲਈ ਜਾਂਦਾ, ਉਹਦਾ ਹਿਸਾਬ ਕਿਤਾਬ ਮੁੱਕਦਾ ਨਹੀਂ। ਲੇਖੇ ਮੁਕਾਉਣ ਵਾਲਾ ਗੁਰੂ ਹੈ, ਧਿਆਨ ਦੇਣਾ, ਲੇਖਾ ਮੁਕਾਉਣ ਵਾਲਾ ਗੁਰੂ ਹੈ, ਪਰ ਗੁਰੂ ਸਾਰਿਆਂ ਦੇ ਲੇਖੇ ਨਹੀਂ ਮੁਕਾਉਂਦਾ। ਗੁਰੂ ਸਾਰਿਆਂ ਦੇ ਲੇਖੇ ਨਹੀਂ ਮੁਕਾਉਂਦਾ। ਕਿਉਂ ਨਹੀਂ ਮੁਕਾਉਂਦਾ? ਕਿਉਂਕਿ ਜਿਹੜੇ ਗੁਰੂ ਦੀ ਗੱਲ ਜਾਂ ਹੁਕਮ ਨੂੰ ਨਹੀਂ ਮੰਨਦੇ, ਗੁਰੂ ਉਹਨਾਂ ਦਾ ਲੇਖਾ ਉਸੇ ਤਰ੍ਹਾਂ ਰੱਖਦਾ, ਉਹਨਾਂ ਦਾ ਲੇਖਾ ਨਹੀਂ ਕੱਢਦਾ। ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ, ਗੁਰੂ ਦੇ ਭੈ ਵਿੱਚ ਰਹਿੰਦੇ ਨੇ, ਰੱਬ ਦਾ ਨਾਮ ਲੈਂਦੇ ਨੇ, ਕਿਸੇ ਦੀ ਨਿੰਦਿਆ ਨਹੀਂ ਕਰਦੇ, ਕਿਸੇ ਦੀ ਚੁਗਲੀ ਨਹੀਂ ਕਰਦੇ, ਕਿਸੇ ਦਾ ਨੁਕਸਾਨ ਨਹੀਂ ਕਰਦੇ, ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਉਹਨਾਂ ਦਾ ਲੇਖਾ ਰੱਬ ਕੱਟਦਾ ਹੈ। ਜਿਹੜੇ ਆਪਣੀ ਜ਼ਿੰਦਗੀ ਦੇ ਵਿਛਿਆਂ ਵਿਕਾਰਾਂ ਦੇ ਵਿੱਚ, ਭੋਗਾਂ ਦੇ ਵਿੱਚ, ਰਸਾਂ ਦੇ ਵਿੱਚ, ਨਿੰਦਿਆ ਵਿੱਚ, ਚੁਗਲੀ ਵਿੱਚ, ਦੂਸਰੇ ਦੀ ਬੁਰਾਈ ਦੇ ਵਿੱਚ ਲੱਗੇ ਰਹਿੰਦੇ ਨੇ, ਉਹਨਾਂ ਦਾ ਲੇਖਾ ਘਟਣ ਦੀ ਜਗ੍ਹਾ ਭਾਰ ਵਧੀ ਜਾਂਦਾ। ਮਨੁੱਖ ਦੇ ਸਿਰ ਦੇ ਉੱਪਰ ਬਾਣੀ ਵਿੱਚ ਲਿਖਿਆ ਇੰਨਾ ਕੁ ਭਾਰ ਹੈ, ਸਾਰੀ ਜ਼ਿੰਦਗੀ ਉਹ ਪਿਛਲਾ ਭਾਰ ਨਹੀਂ ਲੱਥਦਾ। ਜਿਹੜਾ ਪਿਛਲਾ ਭਾਰ ਸੀ, ਇਸੇ ਕਰਕੇ ਤੇ ਅਸੀਂ ਆਏ ਹਾਂ ਇਸ ਜੱਗ ਵਿੱਚ। ਕੀ ਕਰਨ? ਲੇਖੇ ਮੁਕਾਉਣ ਜਾਂ ਲੇਖੇ ਦੇਣ। ਉਹ ਭਾਰ ਤੇ ਸਾਡਾ ਜਿਹੜਾ ਮੁੱਕਦਾ ਨਹੀਂ, ਮੁੱਕ ਨਹੀਂ ਰਿਹਾ, ਉਲਟ ਦੋਏ ਭਉ ਚੜੀਏ ਸੋ ਹੋਰ। ਬਾਣੀ ਦੀ ਪੰਕਤੀ ਅਸੀਂ ਪੜ੍ਹਦੇ ਹੁੰਦੇ ਹਾਂ ਨਾ, ਨਹਾਵਨ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤੀ ਹੈ, ਦੋਏ ਭਉ ਚੜੀਏ ਸੋ ਹੋਰ। ਤੇ ਉਹ ਲੱਥਣ ਦੀ ਬਜਾਏ, ਲੇਖੇ ਘਟਣ ਦੀ ਬਜਾਏ ਹੋਰ ਜ਼ਿਆਦਾ ਲੇਖੇ ਵੱਧਦੇ ਜਾਂਦੇ ਨੇ। ਜਿਵੇਂ ਕੋਈ ਕਰਜ਼ਾਈ ਮਨੁੱਖ ਹੁੰਦਾ ਨਾ, ਕਰਜ਼ਾਈ ਉਹਦਾ ਮੂਲ ਨਾਲੋਂ ਵਿਆਜ ਜਿਹੜਾ ਵੱਧ ਜਾਂਦਾ। ਉਹਨੇ ਲਿਆ ਤੇ ਹੁੰਦਾ ਕੋਈ 2-4 ਲੱਖ ਤੇ ਦੇ ਕੇ ਵੀ ਸਾਰਾ ਕੁਝ, ਫਿਰ ਉੱਥੇ ਦਾ ਉੱਥੇ ਹੀ ਖੜਿਆ। ਮਤਲਬ ਉਹ ਚੁਕਾਇਆ ਨਹੀਂ ਨਾ, ਉਹ ਲੇਖਾ ਮੁਕਾਇਆ ਨਹੀਂ ਨਾ, ਉਹ ਵੱਧ ਗਿਆ, ਵਿਆਜ ਵੱਧ ਗਿਆ। ਤੇ ਵਿਆਜ ਦੇ ਮਾਰੇ ਹੀ ਕਈ ਵਾਰ ਲੋਕ ਖੁਦਕੁਸ਼ੀ ਕਰ ਦਿੰਦੇ ਨੇ, ਖਾਸ ਕਰਕੇ ਕਿਸਾਨ ਲੋਕ। ਮਤਲਬ ਉਹ ਲੇਖਾ ਜੀ ਉਹ ਦੇਣਾ, ਉਹ ਉਤਰਦਾ ਨਹੀਂ, ਕਰਜ਼ਾ ਪਿਛਲਾ ਉਤਰਦਾ ਨਹੀਂ, ਤੇ ਅੱਗਿਓਂ ਹੋਰ ਚੜੀ ਜਾਂਦਾ, ਹੋਰ ਮਨੁੱਖ ਚੜਾਈ ਜਾਂਦਾ। ਤੇ ਫਿਰ ਇਹ ਮਨੁੱਖ ਆਪਣੀ ਜ਼ਿੰਦਗੀ ਨੂੰ ਬੋਝ ਤੇ ਭਾਰ ਸਮਝਣ ਲੱਗ ਜਾਂਦਾ। ਇਸੇ ਤਰ੍ਹਾਂ ਹੀ ਕਰਮਾਂ ਦਾ ਲੇਖਾ ਹੈ। ਜਦੋਂ ਮਨੁੱਖ ਆਪਣੀ ਜ਼ਿੰਦਗੀ ਨੂੰ ਸਹੀ ਨਹੀਂ ਕਰਦਾ, ਆਪਣੇ ਸੁਭਾਅ ਨੂੰ ਸਹੀ ਨਹੀਂ ਕਰਦਾ, ਆਪਣੀਆਂ ਆਦਤਾਂ ਨੂੰ ਸਹੀ ਨਹੀਂ ਕਰਦਾ, ਆਪਣੀ ਬੋਲਬਾਣੀ ਨੂੰ ਸਹੀ ਨਹੀਂ ਕਰਦਾ, ਆਪਣੇ ਚਾਲ ਚੱਲਣ ਨੂੰ ਸਹੀ ਨਹੀਂ ਕਰਦਾ, ਆਪਣੇ ਮਿਲਵਰਤਨ ਨੂੰ ਸਹੀ ਨਹੀਂ ਕਰਦਾ, ਉਦੋਂ ਤੱਕ ਮਹਾਰਾਜ ਜੀ ਕਹਿੰਦੇ ਰੋਂਦਾ ਰਹਿ, ਕਰਲਾਉਂਦਾ ਰਹਿ। ਕੌਣ ਕਹਿੰਦਾ? ਬਾਣੀ ਕਹਿੰਦੀ ਹੈ। ਪੰਕਤੀ ਸੁਣਿਓ, ਪਾਪੀ ਕਰਮ ਕਮਾਵਦੇ, ਇਹ ਕਰਮਾਂ ਦਾ ਲੇਖਾ ਹੈ। ਪਾਪੀ ਕਰਮ ਕਮਾਵਦੇ, ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ, ਤਿਉਂ ਮੱਥੇ ਧਰਮ ਰਾਏ। ਮਹਾਰਾਜ ਜੀ ਕਹਿੰਦੇ ਨੇ ਅਪਰਾਧ ਕਰਨ ਵਾਲੇ, ਪਾਪ ਕਰਨ ਵਾਲੇ, ਮਾੜੇ ਬਿਰਤੀ ਦੇ ਮਨੁੱਖ ਸਦਾ ਹਾਏ ਹਾਏ ਕਰਦੇ ਨੇ। ਜ਼ਿੰਦਗੀ ਦੇ ਵਿੱਚ ਉਹ ਮਨੁੱਖ ਜਿਹੜਾ ਪਰੇਸ਼ਾਨ ਹੈ, ਜਿਹੜਾ ਕਲੇਸ਼ ਦੇ ਵਿੱਚ ਹੈ, ਜਿਹੜਾ ਹਾਏ ਹਾਏ ਕਰਦਾ, ਹੂੰ ਹੂੰ ਕਰਦਾ, ਬਾਣੀ ਵਿੱਚ ਲਿਖਿਆ, ਸਮਝ ਲੈਣਾ ਉਹਦੇ ਪਾਪ ਚੜ ਰਹੇ ਨੇ, ਉਹਦੇ ਅਪਰਾਧ ਵੱਧ ਰਹੇ ਨੇ। ਹਮੇਸ਼ਾ ਹੀ ਪਾਪੀ, ਅਪਰਾਧੀ ਜਾਂ ਰੋਗੀ ਬੰਦਾ ਹੀ ਹਾਏ ਹਾਏ ਕਰਦਾ। ਪਾਪ ਤੇ ਅਪਰਾਧ ਬਾਣੀ ਦੇ ਵਿੱਚ ਲਿਖਿਆ ਇੱਕ ਰੋਗ ਹੈ। ਅਪਰਾਧ ਪਾਪ ਇੱਕ ਰੋਗ ਹੈ, ਤੇ ਰੋਗੀ ਬੰਦਾ ਜਿਹੜਾ ਉਹ ਹਮੇਸ਼ਾ ਹੀ
हाय हाय करेगा। तो महाराज जी कहते हाय हाय सुन के तेरे रब ने तेरे ते दया नहीं करनी, पाप वाल देख के दया नहीं करनी, बख्शिश करके कर दे। महाराज जी कहते उन्होंने तो ज्यों मथन मधानियां त्यों मथे धर्म राय। तेरा लिखा दे इस तरह जिमें रिड़कदा ना दही नूं और ਉਹਦੇ ਵਿੱਚੋਂ चंगी तरह मक्खन रिड़क रिड़क के कढ़ीदा, इस तरह महाराज जी कहते अंदरों सारिया चीज़ां कढ़नियां ने। चाहे तू बालपन विच, चाहे तू जोवन दे विच, चाहे तू चेतना दे विच, चाहे तू अचेत हो के पाप कीता। एक तो कहता ना मैं वैसे ही कर लिया, नर अचेत पाप ते डर रहे। चाहे चेतना दे विच, चाहे अचेत हो के कोई भी गुनाह पाप कर लिया, महाराज जी कहते उसनूं सबनों बाहर कढ़ के उस मालक ने अगे रख के कहना बई हुण सुना। अपना फैसला जे आप ही कर लवे तो तां बच नहीं सकता, क्योंकि बाणी दे विच लिखिया भी पापां दी पंड जिहड़ी है हमेशा वधदी ही है। जिन्ने असी आना बाणी विच लिखिया खिन खिन भुलनहार हम, तो साडी पापां दी पंड जदों लिखा होएगा हमेशा वधेगी ही वधेगी। जे उसनूं खत्म करना है, जे उसनूं घटाउणा है, तो महाराज जी कहंदे बदल जा, बदल जा, बदल जा। जे ना बदलिया कोई गल नहीं, फिर जमाना तैनूं बदला देवेगा। जे तू नहीं बदलदा, जे तू नहीं अपने मालक दा भै रखदा, तू नहीं ना बदलना चाहुंदा, जिद करदा है ना, हठ करदा है ना, मालक ऐसी बिद बनाएगा तू बदलेगा भी ते हथ भी जोड़ेगा और कहेगा हाँ अपराधी गुनहगार, हाँ बेमुख मंदा, लून हरामे गुनहगार। इस तरह फिर एक दिन आएगा तू खुद कहेगा, क्योंकि रब जिहड़ा है ना वो भी बड़ा डड है, वो भी मनुख वल देखदा, देखी जांदा, देखी जांदा, देखी जांदा। फिर एक दिन आउंदा वो कहंदा भी हुण इसनूं जना दईए। फिर परम पिता परमात्मा उसनूं जना दिंदा भी बस हुण तेरा घड़ा भर चुका है, हुण तू देख। फिर उसनों जदों जनाउंदा है ना, फिर उसनों सज्जे खब्बे कुछ भी नहीं लभदा, फिर जिधर भी जांदा फिर टक्कर ही वजदी है। क्योंकि जिसने अपनी जिंदगी दे विच सज्जन छड्ड के दुश्मन ही बनाए होण, उन्हां नूं कौन सहारा देवेगा, उन्हां नूं कौन मलम लाएगा, उन्हां नूं कौन हमदर्दी देवेगा। हमदर्दी उसनों हमेशा मिलदी है जिसने कदी हमदर्दी दिती होवे। इज्जत लैण दा ओही हकदार हुंदा है जिहड़ा किसी नूं इज्जत दिंदा है। जे कोई कहे भी मेरे नाल कोई कौड़ा बोलदा तो मतलब है उस नाल भी कौड़ा बोलिया गया होवेगा। जे कोई ये आस रखदा भी मैनू दुनिया सत्कार दवे, मेरे नाल प्यार करे, मेरे नाल मिठा बोले, तो ये सब कुछ लैण दे लई ये चीज़ पहला देनी पैगी। पैसे तो बगैर सौदा नहीं मिलता, पैसे तो बगैर सौदा नहीं मिलता। जिसने चंगियाई रूपी सौदा लेना उन्होंने चंगियाई देनी पएगी। जिसने अपने अंदर शांति रखनी है या शांत होना, महाराज जी कहते उन्होंने शांति वाला सुभाव बनाना पएगा। इस करके जो चीज़ कोई मनुख नूं सामने वाले नूं मनुख दिंदा, कुदरत दा विधान है, वही चीज़ उन्होंने मुड़ के मिलती है। जिवें दा कोई बीज बीजदा उन्होंने उस बीज का कणक का बीज बीजिया कणक वाला फल मिलना। झोना हुण लोकां ने लाभ लाइए बीजिया तो उन्होंने झोना ही मिलना। झोना लाया होवे तो कोई बासमती नहीं मिल जानी, बासमती लाई होएगी
तो बासपति ही वढ़नी पएगी। तो जे किसी ने कर्म रूपी खेती दे विच बीज ही माड़े बीजे होणगे, वो हमेशा याद रखे, ध्यान देना, वो हमेशा याद रखे उसनों जो बीज बीजिया होएगा उस तरह का ही फल मिलेगा। बाबा फरीद जी कहते ने, फरीदा लोड़ै दाख बिजौरियां किकर बीजै जट। लोड़ै, लोड़े का मतलब हुंदा भी ये चाहुंदा दाख, दाख दाखां जिन्हों असी सौंगी कहने आ, सौंगी बजौर का इलाका पाकिस्तान विच, उत्थे दियां कहंदे दाखां बड़ियां मशहूर ने। असी कहंदे आ सौंगी खानी है जां सौंगी खाण वाले लियानी है, तो मालवे च कहंदे ने दाखां लैओ बाजारों, भांडे विच पानी है, जां पंजीरी विच असी भांडा कहंदे पंजीरी कहंदे, मतलब दाखां। दाखां शब्द मिठा, मिठास, मिठा फल। बाबा फरीद जी कहंदे इन्हां किक्कर दा बीज बीज के ते मिठियां दाखां सौंगी भालदा। फरीदा लोड़ै दाख बजौरियां किक्कर बीजै जट। हंडे उन कताएं दा पैंदा लोड़े पट। कौड़ी जवान बोल के कहंदा भी अग्यों मैनू कोई मिठा बोले। ऐदां नहीं होना। जे किसी नूं कोई फिक्का बोलेगा तो तैयार रवे। जे कोई अज नहीं वह जवाब दिंदा, कल नहीं दिंदा। हर चीज़ की हद होंदी है, वो जवाब जरूर देगा। क्योंकि गुरबाणी में लिखिया ना किसी दे नाल धक्का करना, ना धक्का सहना। जिहड़ा धक्का सहंदा वो भी गुनाहगार, जिहड़ा धक्का करदा वो भी गुनाहगार। गुरु तेग बहादुर महाराज जी कहंदे ने जुर्म नूं सहना, धक्के नूं सहना भी एक अपराध है। जे कोई धक्का सही जावे, सही जावे, सही जावे तो सामने वाला बंदा नजायज़ फायदा उठाएगा। गुरु तेग बहादुर महाराज जी पंक्ति बड़ी बार सुनी है, भै क्या काहू को देत न। महाराज जी कहते किसी को डरावी ना, एवं डरा डरा के बेचारे दी जिंदगी खराब करी। दुनिया बहुत डराउंदी है ना एक दूजे नूं भी डरा दिओ, तो जिहड़ा डर जांदा है महाराज जी कहते वो भी मरिया। डरना नहीं तो ना डराउना। भै काहू को देत नह भै मान ध्यान। ना किसी नूं दबाउणा ते ना दबना। ये सानू गुरुआं ने दसिया, सानू भगतां ने दसिया। महाराज जी कहते तैनू दुनिया का कोई बंदा हरा नहीं सकता, जां तू मेरे वल है तो क्या मुशंदा। तेरा कोई नुकसान कर नहीं सकता। जिहड़ा नुकसान करन वाल तुरिया वो तो आप डरदा फिरदा। कोई तेरा रिजक तो कोई तेरी रोटी नूं चुरा नहीं सकता, खो नहीं सकता, क्योंकि रिजक दा तां मालक है। इस करके महाराज जी कहते संसार दे विच शुक्र रब दा करना, दुनिया विच डरना ते केवल रब दा डर रखना, बाकी तू सत्कार सब दा करना। ये नहीं भी जे डर नहीं रखना तो सत्कार नहीं करना। क्योंकि बच्चों नूं मापियां दा डर हुंदा है, वो डर होर प्रकार दा है। जिहड़े बच्चों ते डर रखते ना मापे, वो डर उदां दा नहीं हुंदा जिहड़ा दुनिया दा डर है। वो अपने भले बच्चे दे भले दे लई उन्हां नूं डराउंदे ने, वो झिड़का मारदे ने। वो इस तरह का डर है, वो उस तरह का डर नहीं, नुकसान वाला डर नहीं। तो बाणी विच भी लिखिया वैसे इस प्रकार भी जे गुर झिड़के तो मीठा लागे। वो डर जिहड़ा गुरु का डर वो तो एक जीवन सेध है। माँ बाप का डर तो एक जीवन सेध है। हाँ सानू समाज दे विच कोई इस तरह का मिलता है तो वो एक दबाउणा है। सो गुरु साहब जी कहते चितवो सरब सुख पावो, आगे भावो के ना भावो। मैं परमात्मा का सिमरन करके सारे ही सुख हासिल कर लए हैं। और मैनू इस तरह लग रहा है भी हुण जो कुछ भी है मेरी गल बात अपने मालक अगे है, उन्होंने भाउंदी है या नहीं भाउंदी है ये उन्होंने पता है। पर मैनू पता भी मैं उन्होंने याद कर करके प्रसन्न ते खुश हो गया या खुश हो रहा हम। एक दातार सगल है जाचक दूसर कै पह जावो। मेरा दाता इको ही है ते मैं मंगण वाला ओदे कोलों हाँ।
ਏਕ ਦਾਤਾਰ ਸਗਲ ਹੈ, ਇੱਕੋ ਹੀ ਦਾਤਾ ਹੈ ਜਿਹਦੇ ਕੋਲੋਂ ਮੈਂ ਮੰਗਦਾ ਹਾਂ। ਦੂਸਰ ਕਾ ਪੈ ਕਹਿ ਪੈ ਜਾਵੋ। ਇਸ ਕਰਕੇ ਮੈਨੂੰ ਹੁਣ ਦੂਸਰੇ ਕੋਲੋਂ ਮੰਗਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੇਰਾ ਦਾਤਾ ਇੱਕੋ ਹੀ ਹੈ। ਹਾਂ ਮੰਗੋ ਆਨ ਲਿਜਾਵੋ। ਮਹਾਰਾਜ ਜੀ ਕਹਿੰਦੇ ਜੇ ਮੈਂ ਹੋਰ ਪਾਸੋਂ ਮੰਗਦਾ ਹਾਂ ਤਾਂ ਮੈਨੂੰ ਲਾਜ ਆਉਂਦੀ ਹੈ, ਸ਼ਰਮ ਆਉਂਦੀ ਹੈ। ਜੇ ਮੈਂ ਹੋਰ ਪਾਸੋਂ ਮੰਗਦਾ ਹਾਂ ਤਾਂ ਮੈਨੂੰ ਸ਼ਰਮ ਆਉਂਦੀ ਹੈ। ਜਿਵੇਂ ਸਾਡੇ ਮਾਂ ਬਾਪ ਨੇ, ਛੋਟੇ ਬੱਚਿਆਂ ਦੇ ਮਾਂ ਬਾਪ ਹੁੰਦੇ, ਜਦੋਂ ਅਸੀਂ ਛੋਟੇ ਸੀ ਜਾਂ ਛੋਟੇ ਬੱਚੇ ਨੇ, ਉਹ ਆਪਣੀ ਮਾਂ ਕੋਲੋਂ ਅਤੇ ਆਪਣੇ ਬਾਪ ਕੋਲੋਂ ਬੜੇ ਰੋਹ ਦੇ ਨਾਲ, ਬੜੇ ਪਿਆਰ ਦੇ ਨਾਲ ਕੋਈ ਵੀ ਚੀਜ਼ ਮੰਗ ਲੈਂਦੇ ਨੇ, ਪੈਸਾ ਵੀ, ਖਾਣ ਪੀਣ ਵਾਲੀ ਵੀ। ਕੋਈ ਵੀ ਬੱਚਾ ਬਾਹਰਲੇ ਕਿਸੇ ਵੀ ਇਨਸਾਨ ਕੋਲੋਂ ਕਦੀ ਵੀ ਮੰਗ ਨਹੀਂ ਸਕਦਾ, ਕਿਸੇ ਔਰਤ ਨੂੰ ਕਹਿ ਨਹੀਂ ਸਕਦਾ ਮੈਨੂੰ ਆਹ ਚੀਜ਼ ਲੈ ਦੇ, ਕਿਉਂਕਿ ਉਹਨੂੰ ਪਤਾ ਵੀ ਮੈਂ ਆਪਣੀ ਮਾਂ ਕੋ ਜਾਂ ਆਪਣੇ ਪਿਤਾ ਕੋਲੋਂ ਹੀ ਮੰਗਣਾ ਹੈ। ਜੇ ਮੈਂ ਹੋਰ ਪਾਸੋਂ ਮੰਗਾਂ ਤਾਂ ਪਤਾ ਨਹੀਂ ਉਹ ਮੈਨੂੰ ਦੇਖੇਗਾ ਵੀ, ਦੇਗਾ ਵੀ ਕਿ ਨਹੀਂ। ਸੋ ਮਹਾਰਾਜ ਜੀ ਕਹਿੰਦੇ ਮੈਨੂੰ ਦਾਤੇ ਦਾ ਪਤਾ ਲੱਗਿਆ। ਹਾਂ ਮੰਗੋ ਆਨ ਲਿਜਾਵੋ। ਮੈਂ ਜੇ ਹੋਰ ਪਾਸੋਂ ਮੰਗਦਾ ਹਾਂ ਤਾਂ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ। ਸਗਲ ਛਤਰ ਪਰ ਛਤਰਪਤ ਏਕੋ ਠਾਕਰ, ਕੌਣ ਸਮਸਰ ਲਾਵੋ ਰਹਾਓ। ਕਿਉਂਕਿ ਸਭਨਾਂ ਦਾ ਮਾਲਕ ਛਤਰਪਤ, ਜਿਹਦੇ ਸਿਰ ਤੇ ਚੌਰ ਝੁੱਲਦਾ, ਸਾਰੀ ਦੁਨੀਆ ਦਾ ਮਾਲਕ ਹੈ, ਜਿਹਨੂੰ ਅਸੀਂ ਆਮ ਭਾਸ਼ਾ ਵਿੱਚ ਨੀਲੀ ਛਤਰੀ ਵਾਲਾ ਵੀ ਕਹਿ ਸਕਦੇ ਹਾਂ, ਕਹਿੰਦੇ ਹਾਂ। ਸਗਲ ਛਤਰਪਤ ਏਕੋ ਠਾਕਰ, ਕੌਣ ਸਮਸਰ ਲਾਵੋ। ਉਹਦੇ ਬਰਾਬਰ ਹੋਰ ਕੌਣ ਹੋ ਸਕਦਾ? ਉਸ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ। ਜਿਸ ਨੇ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ, ਸਾਰੀ ਦੁਨੀਆ ਨੂੰ ਸੰਭਾਲ ਕੇ ਰੱਖਿਆ ਹੋਇਆ, ਉਹਦੇ ਬਰਾਬਰ, ਉਹਦੇ ਤੁੱਲ ਸਮਾਨ ਕੋਈ ਹੋਰ ਨਹੀਂ ਹੋ ਸਕਦਾ। ਉਠੋ ਬੈਸੋ ਰਹਿ ਪੀਨਾ ਸਾਕੋ, ਦਰਸ਼ਨ ਖੋਜ ਖੁਜਾਵੋ। ਮੈਂ ਉੱਠਦਾ, ਬਹਿੰਦਾ, ਤੁਰਦਾ, ਚੱਲਦਾ, ਸੌਂਦਾ, ਜਾਗਦਾ, ਮੈਂ ਉਹਦੇ ਦਰਸ਼ਨ ਦੀ ਹੀ ਭਾਲ ਕਰਦਾ ਹਾਂ, ਜਾਂ ਮੈਂ ਉਹਦੇ ਦਰਸ਼ਨ ਹੀ ਚਾਹੁੰਦਾ ਹਾਂ। ਬ੍ਰਹਮਾਦਕ, ਸਨਕਾਦਕ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਤਿੰਨ ਕੋ ਮਹਿਲ ਦੁਲਭਾਵੋ। ਕਹਿੰਦੇ ਮੇਰੀ ਗੱਲ ਤੇ ਛੱਡੋ, ਜਿਹੜਾ ਐਡਾ ਵੱਡਾ ਬ੍ਰਹਮਾ ਹੋਇਆ, ਉਹਦੇ ਜਿਹੜੇ ਪੁੱਤਰ ਨੇ, ਉਹ ਵੀ ਉਸ ਦੁਰਲਭ ਵਸਤੂ ਨੂੰ ਜਾਂ ਉਸ ਪਰਮਾਤਮਾ ਨੂੰ ਉਹ ਵੀ ਜਿਹੜੇ ਨੇ ਮੰਨਦੇ ਨੇ, ਉਹ ਵੀ ਉਹਨੂੰ ਲੱਭਦੇ ਨੇ, ਉਹ ਵੀ ਉਹਦੇ ਅਧੀਨ ਨੇ, ਉਹ ਵੀ ਉਹਨੂੰ ਮੰਨਦੇ ਨੇ। ਮੈਂ ਤਾਂ ਮੰਨਾਂਗਾ ਹੀ। ਜਿਸ ਬ੍ਰਹਮਾ ਨੂੰ ਲੋਕੀ ਇੰਨੇ ਮੰਨਦੇ ਨੇ, ਉਹਦੇ ਬੜੇ ਇੰਟੈਲੀਜੈਂਟ ਜਿਹੜੇ ਪੁੱਤਰ ਹੈ, ਉਹ ਵੀ ਜਿਹੜੇ ਨੇ ਉਸ ਨੂੰ ਮੰਨਦੇ ਨੇ, ਉਹਦਾ ਭੈ ਰੱਖਦੇ ਨੇ। ਅਗਮ ਅਗਮ ਅਗਾਧ ਬੋਧ, ਕੀਮਤ ਪਰੇ ਨਾ ਪਾਵੋ। ਮੇਰਾ ਮਾਲਕ ਅਪਹੁੰਚ ਹੈ, ਪਹੁੰਚ ਤੋਂ ਦੂਰ ਹੈ, ਸਾਡੇ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ, ਸਮੁੰਦਰ ਵਾਂਗੂ ਹੈ, ਅਤੇ ਜਿਸ ਦੀ ਡੂੰਘਾਈ ਦੀ ਕੋਈ ਵੀ ਸੀਮਾ ਨਹੀਂ ਹੈ। ਅਗਮ ਅਗਾਧ, ਅਗਮ ਅਗਮ ਅਗਾਧ ਬੋਧ, ਕੀਮਤ ਪਰੇ ਨਾ ਪਾਵੋ। ਅਸੀਂ ਉਸ ਦਾ ਮੁੱਲ, ਕੀਮਤ ਤੈਅ ਨਹੀਂ ਕਰ ਸਕਦੇ, ਪਾ ਨਹੀਂ ਸਕਦੇ। ਤਾਕੀ ਸਰਨ ਸਤਿਪੁਰਖ ਕੀ, ਸਤਿਗੁਰ ਪੁਰਖ ਧਿਆਵੋ। ਸੋ ਮੈਂ ਧਿਆਨ ਕਰਦਾ ਹਾਂ ਆਪਣੇ ਮਾਲਕ ਦਾ, ਆਪਣੇ ਗੁਰੂ ਦਾ, ਅਤੇ ਉਸ ਰਾਹੀਂ ਮੈਂ ਉਸ ਨੂੰ ਯਾਦ ਕਰਦਾ। ਦੇਖੋ ਪਹਿਲਾਂ ਪਰਮਾਤਮਾ ਨੂੰ ਸਿੱਧਾ ਡਾਇਰੈਕਟ ਨਹੀਂ ਅਸੀਂ ਮਿਲਦੇ, ਪਹਿਲਾਂ ਆਪਣੇ ਗੁਰੂ ਤੋਂ ਪੁੱਛਦੇ ਹਾਂ। ਪੁੱਛੋ ਜਾਏ ਸਿਆਣਿਆਂ, ਅੱਗੇ ਮਿਲਣ ਕਿਨਾ। ਆਪਣੇ ਗੁਰੂ ਦੀ ਬਾਣੀ ਗ੍ਰੰਥ ਵਿੱਚੋਂ ਅਸੀਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਗੁਰੂ ਸਾਨੂੰ ਰਾਹ ਦੱਸਦਾ, ਗੁਰੂ ਸਾਨੂੰ ਜਾਚ ਦੱਸਦਾ, ਅਤੇ ਫਿਰ ਅਸੀਂ ਉਸ ਪਰਮ ਪਿਤਾ ਪਰਮਾਤਮਾ ਤੱਕ ਪਹੁੰਚਦੇ ਹਾਂ। ਜਿਵੇਂ ਮੀਲ ਪੱਥਰ ਜਿਹੜੇ ਦੱਸਦੇ ਨੇ ਵੀ ਦਿੱਲੀ ਇੰਨੇ ਕਿਲੋਮੀਟਰ ਦੂਰ ਹੈ, ਜਲੰਧਰ ਇੰਨਾ ਕਿਲੋਮੀਟਰ ਦੂਰ ਹੈ, ਉਹ ਜਿਹੜਾ ਲਿਖਿਆ ਹੁੰਦਾ ਨਾ, ਉਹ ਦੱਸਦਾ ਸਾਨੂੰ ਮੀਲ ਪੱਥਰ ਵੀ ਇੰਨੀ ਦੂਰੀ ਰਹਿ ਗਈ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸਾਨੂੰ ਦੱਸਦੀ ਹੈ ਵੀ ਇਹ ਬੰਦੇ ਤੂੰ ਕਿੱਥੇ ਕੁ ਪਹੁੰਚਿਆ ਹੈ, ਆਤਮਿਕ ਅਵਸਥਾ ਕਿੱਥੇ ਕਿਆ ਤੇਰੀ, ਤੂੰ ਕਦੋਂ ਤੇ ਕਿਵੇਂ ਪਹੁੰਚਣਾ। ਭਇਓ ਕਿਰਪਾਲ ਦਿਆਲ ਪ੍ਰਭ ਠਾਕਰ, ਕਾਟਿਓ ਬੰਧ ਗਰਾਵੋ। ਸੋ ਜਿਸ ਮਨੁੱਖ ਉੱਤੇ ਮਾਲਕ ਦਇਆਵਾਨ ਹੁੰਦਾ, ਦਿਆਲੂ ਹੁੰਦਾ, ਉਹਦੀ ਫਾਹੀ ਕੱਟ ਦਿੰਦਾ, ਉਹਦੇ ਬੰਧਨ ਕੱਟ ਦਿੰਦਾ। ਕਹੋ ਨਾਨਕ ਜੋ ਸਾਧ ਸੰਗ ਪਾਇਓ, ਤੋ ਫਿਰ ਜਨਮ ਨਾ ਆਵੋ। ਜਨਮ ਦਾ ਮਤਲਬ ਉਹ ਨਹੀਂ ਵੀ ਗਰਭ ਰਾਹੀਂ ਮਤਲਬ ਪੈਦਾ ਹੋਣਾ। ਅਸੀਂ ਆਮ ਕਰਕੇ ਜਨਮ ਮਰਨ ਦੀ ਜਦੋਂ ਗੱਲ ਆਉਂਦੀ ਹੈ, ਇਹ ਸ਼ਮਸ਼ਾਨ ਘਾਟ ਵਾਲਾ ਮਰਨਾ ਅਤੇ ਕੁੱਖ ਦੇ ਵਿੱਚੋਂ ਜਨਮਾਂ, ਅਸੀਂ ਉਸ ਜਨਮ ਨੂੰ ਲੈ ਲੈਂਦੇ ਹਾਂ। ਬਾਣੀ ਦਾ ਅਰਥ ਜਿਹੜਾ ਇਹ ਇਸ਼ਾਰਾ ਬਹੁਤ ਤਰਫਾ ਹੈ।
ਮਨੁੱਖ ਦੇ ਅੰਦਰੋਂ ਜਿਹੜੀਆਂ ਦੁਬਿਧਾ ਭਰਮ ਅਤੇ ਮਾੜੀਆਂ ਚੀਜ਼ਾਂ ਵਿਸ਼ੇ ਵਿਕਾਰ ਪੈਦਾ ਹੁੰਦੇ ਨੇ, ਇਹਨਾਂ ਦੀ ਮੌਤ ਹੋ ਜਾਣੀ ਵੀ ਇੱਕ ਮੌਤ ਹੈ ਅਤੇ ਅੰਦਰੋਂ ਸੱਚ ਦਾ ਪ੍ਰਕਾਸ਼ ਹੁੰਦਾ ਹੈ। ਜਦੋਂ ਮੈਂ ਮੇਰੀ ਮਰ ਜਾਏ ਤੇ ਇਹਨੂੰ ਵੀ ਮੌਤ ਕਿਹਾ ਜਾਂਦਾ ਹੈ। ਅੰਦਰੋਂ ਮੇਰੇਪਨ ਦੀ, ਮੈਂ ਦੀ, ਵਿਕਾਰਾਂ ਦੀ, ਵਿਸ਼ਿਆਂ ਦੀ, ਲਜ਼ਤ ਦੀ, ਮਨ ਦੀ ਖੁਰਾਕ, ਜਿਹੜੀ ਗਲਤ ਚੀਜ਼ਾਂ ਸੀ ਉਹਨਾਂ ਦੀ ਮੌਤ ਹੋਣੀ ਵੀ ਇੱਕ ਮੌਤ ਹੈ। ਅਤੇ ਅੰਦਰੋਂ ਗਿਆਨ ਪ੍ਰਗਟ ਹੋਣਾ, ਇਹਨੂੰ ਜਨਮ ਕਹਿੰਦੇ ਨੇ। ਸਤਿਗੁਰ ਕਿਹਾ ਜਨਮੈ ਗਵਨ ਮਿਟਾਇਆ। ਜਦੋਂ ਗੁਰੂ ਦੇ ਘਰ ਦੇ ਵਿੱਚ ਗਿਆਨ ਪ੍ਰਕਾਸ਼ ਰਾਹੀਂ ਜਨਮ ਹੁੰਦਾ ਤੇ ਫਿਰ ਮਹਾਰਾਜ ਜੀ ਕਹਿੰਦੇ ਅਗਿਆਨਤਾ ਵਾਲਾ ਜਨਮ ਜਿਹੜਾ ਉਹ ਮੁੱਕ ਜਾਂਦਾ, ਖਤਮ ਹੋ ਜਾਂਦਾ। ਇਸ ਕਰਕੇ ਜਨਮ ਮਰਨ ਦੀ ਵਿਚਾਰ ਜਿਹੜੀ ਇਸ ਤਰ੍ਹਾਂ ਵੀ ਹੈ ਬਾਣੀ ਦੁਆਰਾ। ਸੋ ਮਹਾਰਾਜ ਜੀ ਕਹਿੰਦੇ ਸੋ ਜਦੋਂ ਸੰਗਤ ਪ੍ਰਾਪਤ ਹੋ ਜਾਏ, ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨਾ ਆਵੋ। ਫਿਰ ਉਹਦੀ ਜ਼ਿੰਦਗੀ ਦੇ ਵਿੱਚ ਬਹਾਰਾਂ ਹੀ ਬਹਾਰਾਂ, ਮੌਜਾਂ ਹੀ ਮੌਜਾਂ, ਖੁਸ਼ੀਆਂ ਹੀ ਖੁਸ਼ੀਆਂ, ਅਤੇ ਉਹਦੀ ਜ਼ਿੰਦਗੀ ਦੇ ਵਿੱਚ ਫਿਰ ਕਦੇ ਵੀ ਮਹਾਰਾਜ ਜੀ ਕਹਿੰਦੇ ਇਹ ਜਨਮ ਮਰਨ ਦਾ ਗੇੜ ਜਿਹੜਾ ਇਹ ਨਹੀਂ ਆਉਂਦਾ। ਔਰ ਚੰਗੀਆਂ ਚੀਜ਼ਾਂ ਹੀ ਅੰਦਰੋਂ ਪੈਦਾ ਹੁੰਦੀਆਂ ਨੇ, ਚੰਗੀਆਂ ਚੀਜ਼ਾਂ ਦੀ ਪੈਦਾਇਸ਼ ਹੁੰਦੀ ਹੈ, ਮਾੜੀਆਂ ਚੀਜ਼ਾਂ ਜਿਹੜੀਆਂ ਰਹਿੰਦੀਆਂ ਨਹੀਂ। ਕਿਉਂਕਿ ਬਾਣੀ ਦਾ ਫਰਮਾਨ ਹੈ ਕਿ ਗੁਰੂ ਪ੍ਰਕਾਸ਼ ਹੈ, ਗੁਰੂ ਇੱਕ ਇੱਦਾਂ ਦੀ ਲਾਈਟ ਹੈ ਜੋ ਹਰ ਇੱਕ ਤਰ੍ਹਾਂ ਦੇ ਹਨੇਰੇ ਨੂੰ ਦੂਰ ਕਰਦਾ ਹੈ। ਸੋ ਇਸ ਲੜੀਵਾਰ ਸ਼ਬਦ ਦੀ ਵਿਚਾਰ ਜੋ ਗੁਰੂ ਸਾਹਿਬ ਨੇ, ਮਹਾਰਾਜ ਜੀ ਨੇ ਬੜੀ ਕਿਰਪਾ ਕਰਕੇ, ਮਿਹਰ ਦਇਆ ਕਰਕੇ ਆਪ ਹੀ ਸੇਵਾ ਲਈ ਹੈ। ਅੱਖਰ ਵਾਧਾ ਘਾਟਾ ਲਗਾ ਮਾਤਰਾ ਭੁੱਲ ਚੁੱਕ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ